चढ़ती कला टाइम टीवी देख रहे सारे दर्शकों सत श्रीकाल। मैं परविंदरवीर सिंह पंधेर सवेर सवेर ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਜਿਨ੍ਹਾਂ ਨੇ ਕਿ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ। ਜਿਵੇਂ ਕਿ ਤੁਹਾਨੂੰ ਅੱਜ ਪਤਾ ਹੀ ਹੈ ਕਿ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਨੇ ਤੇ ਇਸ ਸੰਬੰਧੀ ਬੀਤੇ ਦਿਨ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਇਲਜ਼ਾਮ ਜਿਹੜਾ ਕਿ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਉੱਤੇ ਲਗਾਇਆ ਗਿਆ ਸੀ। ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਬੈਲਟ ਪੇਪਰ ਛਪਵਾ ਕੇ ਰੱਖੇ ਗਏ ਨੇ ਤੇ ਉਹਨਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਉੱਤੇ ਮੋਹਰਾਂ ਲਗਾ ਕੇ ਇਹ ਬੈਲਟ ਪੇਪਰ ਜਿਹੜੇ ਕਿ ਰੱਖੇ ਹੋਏ ਨੇ, ਜਿਸ ਨਾਲ ਕਿ ਚੋਣਾਂ ਵਿੱਚ ਧਾਂਦਲੀ ਹੋ ਸਕਦੀ ਹੈ। ਤਾਂ ਇਸ ਸੰਬੰਧੀ ਜਿਹੜੇ ਕਿ ਹੋਰ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਸੀ, ਜਿਨ੍ਹਾਂ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪ ਦਿੱਤਾ ਹੈ। 2833 ਜ਼ੋਨ ਦੇ ਵਿੱਚ ਬਲਾਕ ਸਮਿਤੀ ਦੀ ਚੋਣ ਹੋ ਰਹੀ ਹੈ ਜੀ। 2833 ਜ਼ੋਨਾਂ ਦੇ ਵਿੱਚ ਬਲਾਕ ਸਮਿਤੀ ਦੀ ਚੋਣ ਹੋ ਰਹੀ ਹੈ, ਜਿਹਦੇ ਚੋਂ 340 ਬਿਨਾਂ ਮੁਕਾਬਲਾ ਜੇਤੂ ਹੋ ਗਏ ਆਮ ਆਦਮੀ ਪਾਰਟੀ ਦੇ ਤੇ 3 ਬਿਨਾਂ ਮੁਕਾਬਲਾ ਜੇਤੂ ਹੋ ਗਏ ਕਾਂਗਰਸ ਦੇ। 8 ਇੰਡੀਪੈਂਡੈਂਟ ਬਿਨਾਂ ਮੁਕਾਬਲਾ ਜਿੱਤ ਗਏ ਜੀ, ਕਿਉਂਕਿ ਇਹਨਾਂ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ। ਤਾਂ ਫਿਰ ਕਾਂਗਰਸ ਦੇ ਵੀ ਤਾਂ 3 ਹੋ ਗਏ ਨਾ, ਉੱਥੇ ਕਿਉਂ ਨਹੀਂ ਧੱਕਾ ਹੋਇਆ? ਫਿਰ ਇਹ ਕਹਿੰਦੇ ਧੱਕਾ ਹੋਇਆ। 8 ਆਜ਼ਾਦ ਵੀ ਜਿੱਤ ਗਏ, ਉੱਥੇ ਕਿਉਂ ਨਹੀਂ ਫਿਰ ਧੱਕਾ ਹੋਇਆ? ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ, ਇਹ ਸਾਡਾ ਕੀ ਕਸੂਰ ਹੈ? ਧੂਰੀ ਤੋਂ 7 ਜਿੱਤ ਗਏ, 6 ਆਮ ਆਦਮੀ ਪਾਰਟੀ ਨੇ, 1 ਆਜ਼ਾਦ ਹੈ, ਤੇ ਫਿਰ ਉੱਥੇ ਤਾਂ ਨਹੀਂ ਧੱਕਾ ਹੋਇਆ? ਕਿਤੇ ਧੂਰੀ ਤੋਂ ਖਬਰ ਨਹੀਂ ਆਈ, ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੇ। ਦੋਨਾਂ ਪਾਰਟੀਆਂ ਨੂੰ ਬੰਦੇ ਨਹੀਂ ਲੱਭ ਰਹੇ। ਟੋਟਲ ਜੇ ਮੈਂ ਤੁਹਾਡੇ ਸਾਹਮਣੇ ਰੱਖਦਾ, ਪੰਚਾਇਤ ਸਮਿਤੀ ਦਾ 2771 ਆਮ ਆਦਮੀ ਪਾਰਟੀ, 2433 ਇੰਡੀਅਨ ਨੈਸ਼ਨਲ ਕਾਂਗਰਸ, 1814 ਸ਼੍ਰੋਮਣੀ ਅਕਾਲੀ ਦਲ, 1127 ਬੀਜੇਪੀ ਦੇ, 195 ਬੀਐਸਪੀ ਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 3, ਅਦਰਜ 686। ਟੋਟਲ 9029 ਉਮੀਦਵਾਰ ਇਲੈਕਸ਼ਨ ਲੜ ਰਹੇ ਨੇ। ਤੇ ਫਿਰ ਇਹ 9029 ਚੋਂ 2433 ਪਲੱਸ 1814 ਪਲੱਸ 1127 ਪਲੱਸ 195 ਪਲੱਸ 3 ਪਲੱਸ 686, ਇਹ ਤਾਂ ਫਿਰ ਵਿਰੋਧੀ ਪਾਰਟੀਆਂ ਦੇ ਨੇ। ਇਹਨਾਂ ਦੇ ਕਾਗਜ਼ ਕਿਵੇਂ ਸਹੀ ਨਿਕਲੇ? ਫਿਰ ਗੱਲ ਕਰਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੀ ਲਗਭਗ ਕੁਝ ਮਿੰਟ ਪਹਿਲਾਂ ਯਾਨੀ ਕਿ 8 ਵਜੇ ਇਹ ਚੋਣਾਂ ਜਿਹੜੀ ਕਿ ਚੋਣਾਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ। ਪੂਰੇ ਪੰਜਾਬ ਵਿੱਚ VOTING ਜਾਰੀ ਹੈ ਤੇ ਸ਼ਾਮ 4 ਵਜੇ ਤੱਕ VOTING ਹੋਵੇਗੀ। ਤਾਂ ਉਸ ਤੋਂ ਬਾਅਦ 17 ਤਰੀਕ ਨੂੰ ਜਿਹੜਾ ਕਿ ਇਸ ਦਾ ਰਿਜ਼ਲਟ ਆਵੇਗਾ, ਯਾਨੀ ਕਿ 17 ਦਸੰਬਰ ਨੂੰ ਇਸ ਦਾ ਰਿਜ਼ਲਟ ਆਵੇਗਾ। ਸਾਰੀ ਹੀ ਪਾਰਟੀ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ ਅਤੇ ਭਾਜਪਾ ਵੱਲੋਂ ਆਪਣੇ ਉਮੀਦਵਾਰ ਜਿਹੜੇ ਕਿ ਖੜੇ ਕੀਤੇ ਗਏ ਨੇ। ਤਾਂ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ, ਯਾਨੀ ਕਿ ਕਿਹੜੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤਦੀ ਹੈ। ਗੱਲ ਕਰਦੇ ਹਾਂ ਫੁੱਟਬਾਲਰ ਮੈਸੀ ਦੀ, ਜੋ ਕਿ ਭਾਰਤ ਦੌਰੇ ਤੇ ਨੇ। ਤਾਂ ਇਸ ਦੌਰਾਨ ਉਹ ਬੰਗਾਲ ਗਏ। ਬੰਗਾਲ ਦੇ ਇੱਕ ਸਟੇਡੀਅਮ ਵਿੱਚ ਲਗਭਗ 15 ਮਿੰਟ ਰੁਕੇ, ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਇਸ ਗੱਲ ਤੋਂ ਭੜਕ ਗਏ ਕਿ ਸਿਰਫ 15 ਮਿੰਟ ਰੁਕ ਕੇ ਹੀ ਮੈਸੀ ਉੱਥੋਂ ਚਲੇ ਗਏ, ਜਿਸ ਤੋਂ ਬਾਅਦ ਸਟੇਡੀਅਮ ਦੇ ਜਿਹੜਾ ਕਿ ਮਾਹੌਲ ਆ ਤਣਾਅਪੂਰਨ ਹੋ ਗਿਆ। ਆਮ ਦਰਸ਼ਕਾਂ ਵੱਲੋਂ ਸਟੇਡੀਅਮ ਦੀਆਂ ਕੁਰਸੀਆਂ ਭੰਨ ਦਿੱਤੀਆਂ ਗਈਆਂ ਤੇ ਸਟੇਡੀਅਮ ਵਿੱਚ ਸੁੱਟ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਕਾਫੀ ਕਿਰਕਰੀ ਜਿਹੜੀ ਕਿ ਹੋਈ ਹੈ। ਉਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸੁਖਾਂਸ਼ੂ ਤ੍ਰਿਵੇਦੀ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਜੋ ਵੀ ਬੰਗਾਲ ਵਿੱਚ ਹੋਇਆ ਉਸਨੇ ਪੂਰੇ ਭਾਰਤ ਨੂੰ ਸ਼ਰਮਸਾਰ ਕੀਤਾ है। एक दुखद घटना जो कोलकाता में हुई, जहां पर भारत के लिए बहुत दुखद और पूरे देश के लिए शर्मसार करने वाली घटना हुई, जब अंतर्राष्ट्रीय ख्याति प्राप्त फुटबॉल खिलाड़ी लियोनेल मेसी के कार्यक्रम में सॉल्ट लेक स्टेडियम में जिस प्रकार की अव्यवस्था, भगदड़ और वितंडावाद हुआ, उससे सिर्फ कोलकाता नहीं, पश्चिम बंगाल नहीं, हर भारतीय का
सर शर्म से झुक गया। पश्चिम बंगाल की मुख्यमंत्री सुश्री ममता बनर्जी जी ने अपने ट्वीट में कहा कि शी इज डीपली डिस्टर्ब्ड बाय दिस इवेंट, बट आई वांट टू मेक वेरी क्लियर, it is not you, Mamta ji, who is disturbed. It is the West Bengal which has got deeply and devastedly destroyed under your rule. ममता जी, ये सिर्फ आपके विचलित होने या दुखी होने की बात नहीं है। आपके शासनकाल में पश्चिम बंगाल जिस दुखद और दर्दनाक स्थिति की तरफ पहुंच गया है, ये घटना उसका प्रमाण है। ਗੱਲ ਕਰਦੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਅਖਿਲੇਸ਼ ਯਾਦਵ ਦੀ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ SIR ਜਾਣੀ ਕਿ ਵੋਟਰ ਸੁਧਾਈ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਹੈ ਕਿ ਜਿਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਤਕਨੀਕ BLOs ਨੂੰ ਵਰਤਣੀ ਹੀ ਨਹੀਂ ਆਉਂਦੀ ਤੇ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਧਾਂਦਲੀਆਂ ਹੋ ਸਕਦੀਆਂ ਨੇ। ਤਾਂ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ। ਕੀ ਬੋਲਿਆ ਆਓ ਸੁਣਦੇ ਹਾਂ। बहुत बड़ी एक्सरसाइज इलेक्शन कमीशन कर रहा है और यूपी जैसा स्टेट जहां आबादी सबसे ज्यादा है, सरकार बोलती है 25 करोड़ लोग हैं और 25 करोड़ लोगों में सरकार ये स्वीकार कर रही है कि 3 करोड़ वोट कटने जा रहा है। 3 करोड़ वोट, तो ये कितना बड़ा चैलेंज है। और जो वो टेक्नोलॉजी इस्तेमाल कर रहे हैं, जो उन्होंने मैपिंग ऐप बनाया है, तो वो मैपिंग ऐप और जो उसके अंदर डेटा आ रहा है और जो डेटा पहले से है जिससे मैपिंग कर रहे हैं, ये कहीं ना कहीं कुछ फर्क नजर आ रहा है, जिसकी वजह से 3 करोड़ वोट जा रहे हैं हमारे। हालांकि हम लोगों ने पार्लियामेंट के सामने भी और पार्लियामेंट के अंदर भी ये बात कही कि बीजेपी इतनी होशियार पार्टी है कि टेक्नोलॉजी का इस्तेमाल करके कभी किसी कंपनी ने इलेक्ट्रॉल बॉन्ड दिए थे उन्हें, उसी कंपनी का लगता है ऐप है। तो अगर ऐप बनाया होगा तो ऐप बनाने वाले को पता है ना कि डेटा कहां जा रहा है। तो यूपी जैसा स्टेट जीतने के लिए ये SIR ला रहे हैं, और ये SIR नहीं है क्योंकि NRC डायरेक्ट नहीं ला सकते थे, इसलिए SIR लेकर के आए। SIR में इतने पेपर्स मांगना, तो ये तो सब पेपर्स मांग लिए उन्होंने। तो एक तरीके से उत्तर प्रदेश में NRC कर रहे हैं लोग और SIR से चुनाव जीतना चाहते हैं, मैपिंग ऐप से हमारे वोट काटना चाहते हैं। और तब कर रहे हैं जब BLOs को ट्रेन नहीं किया आपने, क्योंकि BLOs अगर ट्रेन नहीं होंगे तो BLA भी हमारे कुछ तो जानकार है, कुछ नहीं जानते हैं। मैंने देखा है कई जगह, और जो यूपी के बारे में पता लगा है कि जो BLOs बनाए हैं, पहले तो ट्रेनिंग नहीं दी तो उनको टेक्नोलॉजी हाथ में दे दी। हाथ में टेक्नोलॉजी देने की वजह से ये हुआ कि उनका पूरा घर परिवार जिम्मेदारी निभा रहा है वोट बनवाने में। ਗੱਲ ਕਰਦਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਣੀ ਕਿ ਗਿਆਨੇਸ਼ ਕੁਮਾਰ ਦੀ, ਜੋ ਕਿ ਅਯੋਧਿਆ ਪਹੁੰਚੇ ਹੋਏ ਨੇ। ਅਯੋਧਿਆ ਵਿਖੇ ਉਹਨਾਂ ਨੇ ਰਾਮ ਮੰਦਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ਤਾਂ ਉਸ ਤੋਂ ਬਾਅਦ ਕਨਕ ਮਹਿਲ ਅਤੇ ਦਸ਼ਰਥ ਮਹਿਲ ਵੀ ਪਹੁੰਚੇ ਤੇ ਉੱਥੇ ਵੀ ਉਹ ਨਤਮਸਤਕ ਹੋਏ। ਤਾਂ ਤੁਹਾਨੂੰ ਦੱਸ ਦਈਏ ਕਿ CEC ਆਪਣੇ ਪੂਰੇ ਪਰਿਵਾਰ ਸਮੇਤ ਇੱਥੇ ਪਹੁੰਚੇ ਹੋਏ ਨੇ ਤੇ ਧਾਰਮਿਕ ਸਥਾਨਾਂ ਦੇ ਜਿਹੜੇ ਕਿ ਦਰਸ਼ਨ ਕਰ ਰਹੇ ਨੇ। अयोध्या की पावन धरती पर मुझे सपरिवार आने का मौका मिला। इसके लिए मैं भगवान श्री राम का अत्यंत आभारी और कृतज्ञ हूँ। श्री राम जन्मभूमि तीर्थ क्षेत्र में रामलला विराजमान के दर्शन मैंने, मेरी पत्नी और मेरे माता पिता ने भी किए और ये सौभाग्य भी हमें प्राप्त हुआ। भगवान की असीम अनुकंपा है। जय भारत, जय हिंद। ਗੱਲ ਕਰਦੇ ਅੱਜ ਦੇ ਮੌਸਮ ਦੀ। ਅੱਜ ਦਾ ਔਸਤਨ ਤਾਪਮਾਨ 23 ਡਿਗਰੀ ਰਹਿਣ ਵਾਲਾ। ਇਸ ਦੇ ਨਾਲ 64% ਹਵਾ 'ਚ ਨਮੀ ਰਹੇਗੀ। 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ ਤੇ ਇਸ ਦੇ ਨਾਲ ਮੌਸਮ ਠੰਡਾ ਰਹੇਗਾ। ਪੂਰੇ ਪੰਜਾਬ ਵਿੱਚ ਧੁੰਦ ਪੈਣ ਦਾ ਅਨੁਮਾਨ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬੱਦਲਬਾਰੀ ਵੀ ਹੋ ਸਕਦੀ ਹੈ, ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜ਼ਿਆਦਾਤਰ ਪੰਜਾਬ 'ਚ ਬੱਦਲਬਾਰੀ ਰਹੇਗੀ, ਜਿਸ ਕਾਰਨ ਸਾਰਾ ਦਿਨ ਧੁੰਦ ਵੀ ਛਾਈ ਰਹਿ ਸਕਦੀ ਹੈ। ਸਵੇਰ ਦੇ ਵੱਡੀਆਂ ਖਬਰਾਂ 'ਚ ਅੱਜ ਲਈ ਵਾਸਤੇ ਨਹੀਂ। ਮੈਨੂੰ ਦਿਓ ਇਜਾਜ਼ਤ। ਧੰਨਵਾਦ।